ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਖਬਰਾਂ ਦੇ ਬੁਲੇਟਿਨ ਦੇ ਵਿੱਚ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰਸ ਨੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਅਤੇ ਵੇਚਣ ਲਈ ਤੁਸੀਂ ਉਹਨਾਂ ਨਾਲ ਸੰਪਰਕ ਕਰੋ। ਫਲੈਸ਼ ਕੀਤੇ ਹੋਏ ਨੰਬਰਸ ਤੇ ਤੁਸੀਂ ਉਹਨਾਂ ਨਾਲ ਫੋਨ ਤੇ ਸੰਪਰਕ ਕਰ ਸਕਦੇ ਹੋ। ਪੇਸ਼ ਨੇ ਚੋਣਵੀਆਂ ਖਬਰਾਂ। ਹੁਣ ਸਿਰਫ 5 ਦਿਨਾਂ ਵਿੱਚ ਹੋਵੇਗੀ ਪਾਸਪੋਰਟ ਦੀ ਵੈਰੀਫਿਕੇਸ਼ਨ। ਸਟੇਟ ਕੰਟਰੀ ਮਿਸੀਸਿਪੀ ਵਿੱਚ ਸੀਰੀਅਲ ਸ਼ੂਟਿੰਗ ਤੋਂ ਬਾਅਦ ਬਾਈਡਨ ਨੇ ਜਵਾਬ ਦਿੱਤਾ। 6 ਦੀ ਮੌਤ ਹੋ ਗਈ, ਹਿਰਾਸਤ ਵਿੱਚ ਸ਼ੱਕੀ। ਬਾਈਡਨ ਪ੍ਰਸ਼ਾਸਨ ਨੌਰਾਡ ਨੇ ਅਲਾਸਕਾ ਹੂਰਨ ਝੀਲ ਤੇ ਗੋਲੀ ਮਾਰ ਕੇ ਗੁੰਮ ਹੋਈਆਂ ਅਣਪਛਾਤੀਆਂ ਵਸਤੂਆਂ ਦੀ ਭਾਲ ਬੰਦ ਕਰ ਦਿੱਤੀ। ਵੱਡੀ ਸਿਵਲ ਏਵੀਏਸ਼ਨ ਡੀਲ ਕਰਨ ਦੇ ਬਾਅਦ ਏਅਰ ਇੰਡੀਆ ਨੇ ਕੱਢੀ ਭਰਤੀ। 470 ਜਹਾਜ਼ਾਂ ਲਈ ਚਾਹੀਦੇ 6500 ਪਾਇਲਟ। ਖਰੀਦਦਾਰਾਂ ਲਈ ਖੁਸ਼ਖਬਰੀ, ਸੋਨਾ ਚਾਂਦੀ ਹੋਇਆ ਸਸਤਾ। ਜਾਣੋ 10 ਗ੍ਰਾਮ ਸੋਨੇ ਦੀ ਕੀਮਤ। ਮੋਦੀ ਨੂੰ ਅਡਾਨੀ ਮਸਲੇ ਤੇ ਜਵਾਬ ਦੇਣਾ ਪਵੇਗਾ। BBC ਇੰਡੀਆ ਦੇ ਆਮਦਨ ਤੇ ਮੁਨਾਫੇ ਦੇ ਅੰਕੜੇ ਮੇਲ ਨਹੀਂ ਖਾਂਦੇ। ਸੁਪਰੀਮ ਕੋਰਟ ਧਾਰਾ 370 ਰੱਦ ਕਰਨ ਦੇ ਫੈਸਲੇ ਨੂੰ ਚੁਣੌਤੀਆਂ ਦਿੰਦੀਆਂ ਪਟੀਸ਼ਨਾਂ ਤੇ ਸੁਣਵਾਈ ਲਈ ਸਹਿਮਤ। ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਮੁਹਿੰਮ ਤੇਜ਼ ਕਰੇਗੀ ਸ਼੍ਰੋਮਣੀ ਕਮੇਟੀ। ਦੇਸ਼ ਲਈ ਕੁਰਬਾਨੀਆਂ ਦੇਣ ਵਿੱਚ ਪੰਜਾਬੀ ਮੋਹਰੀ। ਹੁਣ ਖਬਰਾਂ ਵਿਸਥਾਰ ਦੇ ਵਿੱਚ। ਪਾਸਪੋਰਟ ਬਣਵਾਉਣ ਦੀ ਇੱਛਾ ਰੱਖਣ ਵਾਲੇ ਲੋਕਾਂ ਲਈ ਨਵੀਂ ਸਰਵਿਸ ਸ਼ੁਰੂ ਕੀਤੀ ਗਈ ਹੈ। ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਪਾਸਪੋਰਟ ਸੇਵਾ ਨਾਂ ਦੀ ਇੱਕ ਸਹੂਲਤ ਦੀ ਸ਼ੁਰੂਆਤ ਕੀਤੀ ਹੈ। ਇਸ ਤਹਿਤ ਹੁਣ ਪਾਸਪੋਰਟ ਵੈਰੀਫਿਕੇਸ਼ਨ ਸਿਰਫ 5 ਦਿਨਾਂ ਵਿੱਚ ਹੀ ਪੂਰਾ ਹੋ ਜਾਵੇਗਾ। ਪਹਿਲੇ ਵੈਰੀਫਿਕੇਸ਼ਨ ਲਈ ਲੋਕਾਂ ਨੂੰ ਲੰਬੇ ਸਮੇਂ ਤੱਕ ਇੰਤਜ਼ਾਰ ਕਰਨਾ ਪੈਂਦਾ ਸੀ, ਪਰ ਹੁਣ ਇਹ ਸਹੂਲਤ 1 ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਤੁਹਾਡੇ ਪਾਸਪੋਰਟ ਵੈਰੀਫਿਕੇਸ਼ਨ ਨੂੰ ਪੂਰਾ ਕਰ ਦੇਵੇਗੀ। ਇਹ ਸਹੂਲਤ ਆਨਲਾਈਨ ਤਰੀਕੇ ਨਾਲ ਹੋਵੇਗੀ। ਹਾਲਾਂਕਿ ਇਹ ਸਹੂਲਤ ਦਿੱਲੀ ਵਿੱਚ ਰਹਿਣ ਵਾਲੇ ਲੋਕਾਂ ਲਈ ਹੈ। ਪਹਿਲਾਂ ਇਹ ਸਹੂਲਤ 15 ਦਿਨਾਂ ਤੱਕ ਦਾ ਇੰਤਜ਼ਾਰ ਕਰਨਾ ਪੈਂਦਾ ਸੀ। ਇਸ ਸਰਵਿਸ ਨਾਲ ਦਿੱਲੀ ਵਿੱਚ ਰਹਿਣ ਵਾਲੇ ਲੋਕਾਂ ਆਪਣੇ ਮੋਬਾਈਲ, ਕੰਪਿਊਟਰ ਤੇ ਟੈਬਲੇਟ ਦੀ ਮਦਦ ਨਾਲ ਪਾਸਪੋਰਟ ਵੈਰੀਫਿਕੇਸ਼ਨ ਕਰਾ ਸਕਦੇ ਨੇ। ਰਿਪੋਰਟ ਮੁਤਾਬਿਕ ਰੋਜ਼ਾਨਾ 2000 ਦੇ ਲਗਭਗ ਪਾਸਪੋਰਟ ਲਈ ਅਰਜ਼ੀਆਂ ਮਿਲਦੀਆਂ ਨੇ ਤੇ G20 ਸਮਿਟ ਵੀ ਆਉਣ ਵਾਲਾ ਹੈ। ਇਸ ਲਈ ਦਿੱਲੀ ਪੁਲਿਸ ਲਈ ਇੱਕ ਵੱਖਰੀ ਚੁਣੌਤੀ ਹੋਵੇਗੀ। ਇਸ ਨੂੰ ਦੇਖਦੇ ਹੋਏ ਲੋਕਾਂ ਨੂੰ ਲੰਬੇ ਸਮੇਂ ਦਾ ਇੰਤਜ਼ਾਰ ਨਹੀਂ ਕਰਨਾ ਪਵੇ, ਇਹ ਸਹੂਲਤ ਪੇਸ਼ ਕੀਤੀ ਗਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਸ ਨਾਲ ਲੋਕਾਂ ਦਾ ਕੰਮ ਹੋਰ ਆਸਾਨ ਹੋ ਜਾਵੇਗਾ। ਇੰਜ ਕਰੋ ਅਪਲਾਈ। ਸਭ ਤੋਂ ਪਹਿਲਾਂ ਤੁਹਾਨੂੰ ਪਾਸਪੋਰਟ ਸੇਵਾ ਪੋਰਟਲ ਤੇ ਰਜਿਸਟ੍ਰੇਸ਼ਨ ਕਰਨਾ ਹੋਵੇਗਾ। ਇਸ ਦੇ ਬਾਅਦ ਇਸ ਤੇ ਲੌਗਇਨ ਕਰਨਾ ਹੋਵੇਗਾ। ਹੁਣ ਤੁਹਾਨੂੰ ਅਪਲਾਈ ਫॉर ਪੁਲਿਸ ਕਲੀਅਰੈਂਸ ਸਰਟੀਫਿਕੇਟ ਤੇ ਜਾਣਾ ਹੋਵੇਗਾ। ਨਵੇਂ ਪੇਜ ਤੇ ਪੂਰੀ ਜਾਣਕਾਰੀ ਭਰਨੀ ਹੋਵੇਗੀ, ਜਿਸ ਦੇ ਬਾਅਦ ਤੁਸੀਂ ਅਗਲੇ ਸਟੈਪ ਤੇ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। ਅਪਾਇੰਟਮੈਂਟ ਬੁੱਕ ਹੋ ਜਾਣ ਦੇ ਬਾਅਦ ਪ੍ਰਿੰਟ ਆਊਟ ਨੂੰ ਡਾਊਨਲੋਡ ਕਰ ਲਵੋ ਤੇ ਇਸ ਨੂੰ ਆਪਣੇ ਨਾਲ ਲੈ ਕੇ ਜਾਓ। ਸਾਰੇ ਦਸਤਾਵੇਜ਼ਾਂ ਦੇ ਨਾਲ ਹੁਣ ਤੁਹਾਨੂੰ ਸਥਾਨਕ ਪਾਸਪੋਰਟ ਕੇਂਦਰ ਜਾਣਾ ਹੋਵੇਗਾ, ਜਿੱਥੇ ਤੁਹਾਡਾ ਅਪਾਇੰਟਮੈਂਟ ਬੁੱਕ ਕੀਤਾ ਗਿਆ ਹੈ। ਪਾਸਪੋਰਟ ਇੱਕ ਮਹੱਤਵਪੂਰਨ ਦਸਤਾਵੇਜ਼ ਹੈ, ਜਿਸ ਨੂੰ ਸਿਰਫ ਵਿਦੇਸ਼ ਜਾਣ ਲਈ ਹੀ ਨਹੀਂ ਸਗੋਂ ਹੋਰ ਕੰਮਾਂ ਲਈ ਵੀ ਇਸਤੇਮਾਲ ਕੀਤਾ ਜਾਂਦਾ ਹੈ। ਪਾਸਪੋਰਟ ਦਾ ਇਸਤੇਮਾਲ ਤੁਸੀਂ ਪਛਾਣ ਪੱਤਰ, ਬੈਂਕ ਅਕਾਊਂਟ ਓਪਨ ਕਰਨ ਤੇ ਹੋਰ ਕਈ ਕੰਮਾਂ ਲਈ ਵੀ ਇਸਤੇਮਾਲ ਕਰ ਸਕਦੇ ਹੋ। ਰਾਸ਼ਟਰਪਤੀ ਜੋ ਬਾਈਡਨ ਨੇ ਟੈਟ ਕਾਉਂਟੀ ਮਿਸੀਸਿਪੀ ਵਿੱਚ ਗੋਲੀਬਾਰੀ ਦੀ ਇੱਕ ਲੜੀ ਦਾ ਜਵਾਬ ਦਿੱਤਾ, ਜਿਸ ਵਿੱਚ ਸ਼ੁੱਕਰਵਾਰ ਨੂੰ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ। ਵਿਚਾਰ ਅਤੇ ਪ੍ਰਾਰਥਨਾਵਾਂ ਕਾਫੀ ਨਹੀਂ ਹਨ। ਅਧਿਕਾਰੀਆਂ ਨੇ ਸ਼ੱਕੀ 52 ਸਾਲਾ ਰਿਚਰਡ ਕਰਮ ਨੂੰ ਫੜ ਲਿਆ, ਜਿਸ ਨੇ 3 ਵੱਖ-ਵੱਖ ਥਾਵਾਂ ਤੇ ਫੈਲੀ ਗੋਲੀਬਾਰੀ ਨੂੰ ਅੰਜਾਮ ਦੇਣ ਲਈ ਇੱਕ ਸ਼ਾਟਗਨ ਤੇ 2 ਹੈਂਡਗਨ ਦੀ ਵਰਤੋਂ ਕੀਤੀ ਸੀ। ਸ਼ੱਕੀ ਦੇ ਇਰਾਦੇ ਅਜੇ ਵੀ ਅਣਜਾਣ ਨੇ। ਫਿਰ ਵੀ ਪ੍ਰਧਾਨ ਨੇ ਕਾਂਗਰਸ ਤੋਂ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਬਹੁਤ ਹੋ ਗਿਆ, ਬਾਈਡਨ ਦਾ ਬਿਆਨ ਸ਼ੁਰੂ ਹੋਇਆ। ਸਾਨੂੰ ਸਾਲ ਵਿੱਚ 48 ਦਿਨ ਹੋਏ ਨੇ ਅਤੇ ਸਾਡੀ ਕੌਮ ਪਹਿਲਾਂ ਹੀ ਘੱਟੋ-ਘੱਟ 73 ਸਾਮੂਹਿਕ ਗੋਲੀਬਾਰੀ ਦਾ ਸ਼ਿਕਾਰ ਹੋ ਚੁੱਕੀ ਹੈ। ਵਿਚਾਰ ਅਤੇ ਪ੍ਰਾਰਥਨਾਵਾਂ ਕਾਫੀ ਨਹੀਂ ਹਨ। ਬੰਦੂਕ ਦੀ ਹਿੰਸਾ ਇੱਕ ਮਹਾਮਾਰੀ ਹੈ ਅਤੇ ਕਾਂਗਰਸ ਨੂੰ ਹੁਣ ਕਾਰਵਾਈ ਕਰਨੀ ਚਾਹੀਦੀ ਹੈ। ਉੱਤਰੀ ਅਮਰੀਕੀ ਏਰੋਸਪੇਸ ਡਿਫੈਂਸ ਕਮਾਂਡ ਅਤੇ US ਨਾਰਦਰਨ ਕਮਾਂਡ ਦੇ ਸਾਂਝੇ ਬਿਆਨ ਦੇ ਅਨੁਸਾਰ US ਅਧਿਕਾਰੀਆਂ ਨੇ 2 ਅਣਪਛਾਤੀਆਂ ਵਸਤੂਆਂ ਦੀ ਖੋਜ ਬੰਦ ਕਰ ਦਿੱਤੀ, ਜਿਨ੍ਹਾਂ ਨੂੰ ਪਿਛਲੇ ਹਫ਼ਤੇ ਅਲਾਸਕਾ ਅਤੇ ਹੁਰੋਨ ਝੀਲ ਦੇ ਤੱਟ ਤੇ ਗੋਲੀ ਮਾਰ ਦਿੱਤੀ ਗਈ ਸੀ।
ਰਾਤ 10 ਵਜੇ ਜਾਰੀ ਕੀਤੇ ਗਏ ਸਾਂਝੇ ਬਿਆਨ ਵਿੱਚ ਸ਼ੁੱਕਰਵਾਰ ਨੂੰ ਏਜੰਸੀਆਂ ਨੇ ਖੋਜ ਨੂੰ ਬੰਦ ਕਰਨ ਦੀ ਸਿਫਾਰਿਸ਼ ਕੀਤੀ ਕਿਉਂਕਿ ਮੰਨਿਆ ਜਾਂਦਾ ਹੈ ਕਿ ਵਸਤੂਆਂ ਮੁਸ਼ਕਲ ਖੇਤਰ ਵਿੱਚ ਉਤਰੀਆਂ ਨੇ। ਉਹਨਾਂ ਨੇ ਕਿਹਾ ਕਿ ਰੱਖਿਆ ਸਕੱਤਰ ਨੇ ਇਸ ਸਿਫਾਰਿਸ਼ ਨਾਲ ਸਹਿਮਤੀ ਪ੍ਰਗਟਾਈ। US ਉੱਤਰੀ ਕਮਾਂਡ ਨੇ ਸਿਫਾਰਿਸ਼ ਕੀਤੀ ਹੈ ਕਿ ਖੋਜ ਅਭਿਆਨ ਅੱਜ ਡੇਡ ਹੋਰਸ, ਅਲਾਸਕਾ ਅਤੇ ਹੁਰੋਨ ਝੀਲ ਦੇ ਨੇੜੇ ਸਮਾਪਤ ਕੀਤੇ ਜਾਣ ਕਿਉਂਕਿ ਖੋਜ ਗਤੀਵਿਧੀਆਂ ਨੇ 10 ਫਰਵਰੀ ਅਤੇ 12 ਫਰਵਰੀ 2023 ਨੂੰ ਮਾਰੀਆਂ ਗਈਆਂ ਹਵਾਈ ਵਸਤੂਆਂ ਤੋਂ ਕੋਈ ਮਲਬਾ ਨਹੀਂ ਲੱਭਿਆ। ਅਮਰੀਕੀ ਫੌਜ, ਸੰਘੀ ਏਜੰਸੀਆਂ ਅਤੇ ਕੈਨੇਡੀਅਨ ਭਾਈਵਾਲਾਂ ਨੇ ਵੱਖ-ਵੱਖ ਸਮਰਥਾਵਾਂ ਦੀ ਵਰਤੋਂ ਕਰਦੇ ਹੋਏ ਹਰੇਕ ਖੇਤਰ ਦੀ ਵਿਵਸਥਿਤ ਖੋਜਾਂ ਕੀਤੀਆਂ ਜਿਸ ਵਿੱਚ ਹਵਾਦਾਰ ਚਿੱਤਰ ਅਤੇ ਸੈਂਸਰ, ਸਤਹ ਸੈਂਸਰ ਅਤੇ ਨਿਰੀਖਣ ਅਤੇ ਸਤਹੀ ਸਕੈਨ ਸ਼ਾਮਿਲ ਨੇ ਅਤੇ ਮਲਬੇ ਦਾ ਪਤਾ ਨਹੀਂ ਲਗਾਇਆ। ਸੰਯੁਕਤ ਬਿਆਨ ਵਿੱਚ ਲਿਖਿਆ ਗਿਆ ਹੈ, ਇਸ ਨੇ ਜਾਰੀ ਰੱਖਿਆ। ਡੈਡ ਹੋਰਸ, ਅਲਾਸਕਾ ਵਿੱਚ US ਨਾਰਦਰਨ ਕਮਾਂਡ ਨੇ ਅਲਾਸਕਾ ਨੈਸ਼ਨਲ ਗਾਰਡ, ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਅਤੇ US ਇੰਡੋ ਪੈਸੀਫਿਕ ਕਮਾਂਡ ਦੇ ਨਾਲ ਮਿਲ ਕੇ ਕੰਮ ਕੀਤਾ ਤਾਂ ਜੋ ਰਿਕਵਰੀ ਵਿੱਚ ਤੇਜ਼ੀ ਲਿਆਉਣ ਲਈ ਟੀਮਾਂ ਨੂੰ ਮਲਬੇ ਦਾ ਪਤਾ ਲਗਾਉਣ ਲਈ ਆਰਕਟਿਕ ਸਥਿਤੀਆਂ ਅਤੇ ਸਮੁੰਦਰੀ ਬਰਫ਼ ਦੀ ਅਸਥਿਰਤਾ ਬਾਰੇ ਜਾਣਕਾਰੀ ਦਿੱਤੀ ਗਈ। ਇਸ ਸਥਾਨ ਤੇ ਖੋਜ ਕਾਰਜਾਂ ਨੂੰ ਪੂਰਾ ਕਰਨ ਦੇ ਫੈਸਲੇ ਅੱਜ ਫਲਾਈਟ ਆਪਰੇਸ਼ਨ ਖਤਮ ਹੋਣ ਤੋਂ ਬਾਅਦ ਹਵਾਈ ਸੁਰੱਖਿਆ ਘੇਰੇ ਨੂੰ ਹਟਾ ਦਿੱਤਾ ਜਾਵੇਗਾ। ਟਾਟਾ ਗਰੁੱਪ ਦੀ 에ਅਰਲਾਈਨ 에ਅਰ ਇੰਡੀਆ ਨੇ 2 ਦਿਨ ਪਹਿਲਾਂ 에ਅਰਬਸ ਤੇ ਬੋਇੰਗ ਨਾਲ 470 에ਅਰਕ੍ਰਾਫਟ ਦੀ ਦੁਨੀਆ ਦੀ ਸਭ ਤੋਂ ਵੱਡੀ ਸਿਵਲ ਐਵੀਏਸ਼ਨ ਡੀਲ ਸਾਈਨ ਕੀਤੀ ਹੈ। ਹੁਣ ਇਹਨਾਂ 470 에ਅਰਕ੍ਰਾਫਟ ਨੂੰ ਆਪਰੇਟ ਕਰਨ ਲਈ 에ਅਰ ਇੰਡੀਆ ਨੂੰ 6500 ਤੋਂ ਜ਼ਿਆਦਾ ਪਾਇਲਟਾਂ ਨੂੰ ਹਾਇਰ ਕਰਨ ਦੀ ਲੋੜ ਹੋਵੇਗੀ। 에ਅਰ ਇੰਡੀਆ ਦੇ 에ਅਰਬਸ ਨੂੰ ਦਿੱਤੇ ਆਰਡਰ ਵਿੱਚ 210 A330/321 ਨੀਓ XLR ਤੇ 40 A350-900/1000 ਸ਼ਾਮਿਲ ਨੇ। ਦੂਜੇ ਪਾਸੇ ਬੋਇੰਗ ਫਰਮ ਨੂੰ ਦਿੱਤੇ ਗਏ ਆਰਡਰ ਵਿੱਚ 190-737 ਮੈਕਸ, 20-787S ਤੇ 10-777S ਸ਼ਾਮਿਲ ਨੇ। ਮੌਜੂਦਾ ਸਮੇਂ 에ਅਰ ਇੰਡੀਆ ਕੋਲ ਆਪਣੇ 113 에ਅਰਕ੍ਰਾਫਟ ਦੀ ਫਲਾਈਟ ਨੂੰ ਆਪਰੇਟ ਕਰਨ ਲਈ ਲਗਭਗ 16000 ਪਾਇਲਟ ਨੇ। ਕੁਝ ਦਿਨਾਂ ਤੋਂ ਕਰੂ ਮੈਂਬਰਾਂ ਦੀ ਕਮੀ ਕਾਰਨ ਅਲਟਰਾ ਲੌਂਗ ਹਾਲ ਫਲਾਈਟਸ ਕੈਂਸਲ ਜਾਂ ਡਿਲੇ ਹੋਣ ਦੇ ਮਾਮਲੇ ਵੀ ਸਾਹਮਣੇ ਆਏ ਨੇ। ਟਾਟਾ ਗਰੁੱਪ ਦੀ ਹੀ 에ਅਰਲਾਈਨ 에ਅਰ ਇੰਡੀਆ ਐਕਸਪ੍ਰੈਸ ਤੇ 에ਅਰ ਏਸ਼ੀਆ ਇੰਡੀਆ ਕੋਲ ਆਪਣੇ 94 에ਅਰਕ੍ਰਾਫਟਸ ਨੂੰ ਉਡਾਉਣ ਲਈ ਲਗਭਗ 850 ਪਾਇਲਟ ਨੇ ਜਦੋਂ ਕਿ ਵਿਸਤਾਰਾ ਕੋਲ 53 에ਅਰਕ੍ਰਾਫਟ ਲਈ 600 ਤੋਂ ਜ਼ਿਆਦਾ ਪਾਇਲਟ ਨੇ। 에ਅਰ ਇੰਡੀਆ ਐਕਸਪ੍ਰੈਸ, ਵਿਸਤਾਰਾ ਤੇ 에ਅਰ ਏਸ਼ੀਆ ਇੰਡੀਆ ਦੇ ਕੋਲ ਕੁੱਲ 220 에ਅਰਕ੍ਰਾਫਟ ਲਈ 3000 ਤੋਂ ਜ਼ਿਆਦਾ ਪਾਇਲਟ ਨੇ। 에ਅਰ ਇੰਡੀਆ 40 A350 ਨੂੰ ਮੁੱਖ ਤੌਰ ਤੇ ਆਪਣੀ ਲੰਬੀ ਦੂਰੀ ਦੇ ਰਸਤਿਆਂ ਜਾਂ 16 ਘੰਟੇ ਤੋਂ ਵੱਧ ਸਮੇਂ ਤੱਕ ਚੱਲਣ ਵਾਲੀਆਂ ਉਡਾਨਾਂ ਲਈ ਲੈ ਰਹੀ ਹੈ। 에ਅਰਲਾਈਨ ਨੂੰ ਹਰ ਜਹਾਜ਼ ਲਈ 30 ਪਾਇਲਟਾਂ, 15 ਕਮਾਂਡਰਾਂ ਤੇ 15 ਫਰਸਟ ਆਫਿਸਰਾਂ ਦੀ ਲੋੜ ਹੋਵੇਗੀ ਜਿਸ ਦਾ ਮਤਲਬ ਹੈ ਕਿ 에ਅਰ ਇੰਡੀਆ ਨੂੰ ਸਿਰਫ A350S ਲਈ ਲਗਭਗ 1200 ਪਾਇਲਟ ਚਾਹੀਦੇ ਹੋਣਗੇ। ਇੱਕ ਬੋਇੰਗ 777 ਜਹਾਜ਼ ਲਈ 26 ਪਾਇਲਟਾਂ ਦੀ ਲੋੜ ਹੁੰਦੀ ਹੈ। ਜੇਕਰ 에ਅਰਲਾਈਨ ਅਜਿਹੇ 10 ਜਹਾਜ਼ਾਂ ਨੂੰ ਆਪਣੀ ਫਲੀਟ ਵਿੱਚ ਸ਼ਾਮਿਲ ਕਰਦੀ ਹੈ ਤਾਂ ਉਸ ਨੂੰ 260 ਪਾਇਲਟਾਂ ਦੀ ਲੋੜ ਹੋਵੇਗੀ ਜਦੋਂ ਕਿ 20 ਬੋਇੰਗ 787 ਲਈ ਲਗਭਗ 400 ਪਾਇਲਟਾਂ ਦੀ ਲੋੜ ਹੋਵੇਗੀ ਕਿਉਂਕਿ ਹਰ ਇੱਕ ਬੋਇੰਗ 787 ਜਹਾਜ਼ ਲਈ 20 ਪਾਇਲਟਾਂ ਦੀ ਲੋੜ ਹੁੰਦੀ ਹੈ ਜਿਸ ਵਿੱਚ 10 ਕਮਾਂਡਰ ਤੇ 10 ਫਰਸਟ ਆਫਿਸਰ ਦੀ ਲੋੜ ਹੁੰਦੀ ਹੈ। ਕੁੱਲ ਮਿਲਾ ਕੇ 에ਅਰਲਾਈਨਾਂ ਨੂੰ 30 ਵਾਈਡ ਬਾਡੀ ਦੇ ਬੋਇੰਗ ਜਹਾਜ਼ਾਂ ਨੂੰ ਫਲੀਟ ਵਿੱਚ ਸ਼ਾਮਿਲ ਕਰਨ ਲਈ ਕੁੱਲ 660 ਪਾਇਲਟਾਂ ਦੀ ਲੋੜ ਹੋਵੇਗੀ। ਦੂਜੇ ਪਾਸੇ 에ਅਰਲਾਈਨਾਂ ਨੂੰ ਹਰ ਨੈਰੋ ਬਾਡੀ ਪਲੇਨ ਲਈ 12 ਪਾਇਲਟਾਂ ਦੀ ਲੋੜ ਹੋਵੇਗੀ ਜਿਸ ਦਾ ਮਤਲਬ ਹੈ ਕਿ 에ਅਰਲਾਈਨ ਨੂੰ ਅਜਿਹੇ 400 ਜਹਾਜ਼ਾਂ ਨੂੰ ਆਪਰੇਟ ਕਰਨ ਲਈ 4800 ਪਾਇਲਟਾਂ ਦੀ ਲੋੜ ਹੋਵੇਗੀ। ਭਾਰਤੀ ਸਰਾਫਾ ਬਾਜ਼ਾਰ ਵਿੱਚ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਕਮੀ ਦੇਖਣ ਨੂੰ ਮਿਲੀ ਜਿਸ ਕਾਰਨ ਸੋਨੇ ਦੀਆਂ ਕੀਮਤਾਂ ਵਿੱਚ ਰਿਕਾਰਡ ਵਾਧੇ ਦੀ ਉਮੀਦ ਲਗਾ ਕੇ ਬੈਠੇ ਨਿਵੇਸ਼ਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਇਸ ਮਹੀਨੇ 24 ਕੈਰਟ ਸੋਨੇ ਦੀ ਕੀਮਤ ਵਿੱਚ 2454 ਰੁਪਏ ਦੀ ਗਿਰਾਵਟ ਹੈ। ਸੋਨੇ ਦੀ ਕੀਮਤ 60000 ਰੁਪਏ ਤੱਕ ਦੇ ਰਿਕਾਰਡ ਪੱਧਰ ਤੱਕ ਪਹੁੰਚਣ ਤੋਂ ਪਹਿਲਾਂ ਹੀ 58882 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਤੱਕ ਪਹੁੰਚ ਕੇ ਹੁਣ 56000 ਦੇ ਪੱਧਰ ਤੇ ਵਾਪਸ ਪਰਤ ਆਈ ਹੈ। ਉੱਥੇ ਹੀ ਚਾਂਦੀ ਦੀ ਕੀਮਤ 65000 ਰੁਪਏ ਤੇ ਪਹੁੰਚ ਗਈ ਹੈ। ਇੰਡੀਅਨ ਬੁਲਨ ਐਂਡ ਜਵੈਲਰਸ ਐਸੋਸੀਏਸ਼ਨ ਮੁਤਾਬਿਕ ਵੀਰਵਾਰ ਦੀ ਸ਼ਾਮ ਨੂੰ 24 ਕੈਰਟ ਦਾ ਸ਼ੁੱਧ ਸੋਨਾ 56428 ਰੁਪਏ ਪ੍ਰਤੀ 10 ਗ੍ਰਾਮ ਸੀ ਜੋ ਅੱਜ ਸਵੇਰੇ 56204 ਰੁਪਏ ਤੇ ਆ ਗਿਆ। ਇਸੇ ਤਰ੍ਹਾਂ ਸ਼ੁੱਧਤਾ ਦੇ ਆਧਾਰ ਤੇ ਸੋਨਾ ਤੇ ਚਾਂਦੀ ਸਸਤੇ ਹੋਏ ਨੇ। ਅਧਿਕਾਰਿਕ ਵੈਬਸਾਈਟ ਅਨੁਸਾਰ ਸ਼ੁੱਕਰਵਾਰ ਸਵੇਰੇ 995 ਸ਼ੁੱਧਤਾ ਵਾਲੇ 10 ਗ੍ਰਾਮ ਸੋਨੇ ਦੀਆਂ ਕੀਮਤਾਂ ਘਟ ਕੇ 55979 ਰੁਪਏ ਤੇ ਪਹੁੰਚ ਗਈਆਂ ਨੇ। ਉੱਥੇ ਹੀ 916 ਸ਼ੁੱਧਤਾ ਵਾਲੇ ਸੋਨਾ ਅੱਜ 51483 ਰੁਪਏ ਹੋ ਗਿਆ।
ਇਸ ਤੋਂ ਇਲਾਵਾ 750 ਸ਼ੁੱਧਤਾ ਵਾਲੇ ਸੋਨੇ ਦੀਆਂ ਕੀਮਤਾਂ 42,153 ਤੇ ਆ ਗਈਆਂ ਨੇ। ਗੌਰਤਲਬ ਹੈ ਕਿ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਕਈ ਤਰ੍ਹਾਂ ਦੇ ਤੱਤਾਂ ਤੇ ਨਿਰਭਰ ਕਰਦੀਆਂ ਨੇ। ਇਸ ਵਿੱਚ ਡਾਲਰ ਦੇ ਮੁਕਾਬਲੇ ਰੁਪਏ ਦੇ ਭਾਅ, ਅੰਤਰਰਾਸ਼ਟਰੀ ਮਾਰਕੀਟ ਵਿੱਚ ਸੋਨੇ ਚਾਂਦੀ ਦੀ ਡਿਮਾਂਡ ਆਦਿ ਵਰਗੀਆਂ ਚੀਜ਼ਾਂ ਸ਼ਾਮਿਲ ਨੇ। ਭਾਰਤ ਦੇ ਵੱਡੇ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਰਾਜਧਾਨੀ ਦਿੱਲੀ ਵਿੱਚ 22 ਕੈਰਟ ਸੋਨਾ 52,140 ਰੁਪਏ ਪ੍ਰਤੀ 10 ਗ੍ਰਾਮ ਤੇ ਚਾਂਦੀ 68,600 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ। ਮੁੰਬਈ ਵਿੱਚ 22 ਕੈਰਟ ਸੋਨਾ 51,990 ਰੁਪਏ ਤੇ ਚਾਂਦੀ 68,600 ਰੁਪਏ ਵਿੱਚ ਵਿਕ ਰਹੀ ਹੈ। ਇਸ ਤੋਂ ਇਲਾਵਾ ਚੇਨਈ ਵਿੱਚ 52,790 ਪ੍ਰਤੀ 10 ਗ੍ਰਾਮ ਤੇ ਚਾਂਦੀ 71,800 ਰੁਪਏ ਪ੍ਰਤੀ ਕਿਲੋ ਵਿੱਚ ਵਿਕ ਰਹੀ ਹੈ। ਅਰਬਪਤੀ ਸਮਾਜ ਸੇਵੀ ਜਾਰਜ ਸੋਰੋਸ ਦਾ ਮੰਨਣਾ ਹੈ ਕਿ ਹਿੰਡਨਬਰਗ ਰਿਸਰਚ ਦੀ ਰਿਪੋਰਟ ਨਾਲ ਗੌਤਮ ਅਡਾਨੀ ਦੇ ਕਾਰੋਬਾਰੀ ਸਾਮਰਾਜ ਵਿੱਚ ਮੱਚੀ ਹਫੜਾ ਦਫੜੀ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਤੇ ਪਕੜ ਕਮਜ਼ੋਰ ਹੋਵੇਗੀ। ਸੋਰੋਸ ਨੇ ਵੀਰਵਾਰ ਨੂੰ ਮਿਊਨਿਖ ਸਿਕਿਉਰਿਟੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਵਿਦੇਸ਼ੀ ਨਿਵੇਸ਼ਕਾਂ ਤੇ ਦੇਸ਼ ਦੀ ਸੰਸਦ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਸੋਰੋਸ ਨੇ ਆਪਣੀ ਤਕਰੀਰ ਵਿੱਚ ਕਿਹਾ ਕਿ ਅਡਾਨੀ ਸਮੂਹ ਨੂੰ ਦਰਪੇਸ਼ ਸੰਕਟ ਨਾਲ ਭਾਰਤ ਵਿੱਚ ਜਮਹੂਰੀਅਤ ਦੀ ਪੁਨਰ ਸੁਰਜੀਤੀ ਲਈ ਦਰ ਖੁੱਲਣਗੇ। ਹੰਗਰੀ ਤੇ ਅਮਰੀਕੀ ਮੂਲ ਦੇ ਕਾਰੋਬਾਰੀ ਨੇ 42 ਮਿੰਟ ਦੀ ਤਕਰੀਰ ਵਿੱਚ ਵਾਤਾਵਰਣ ਤਬਦੀਲੀ, ਰੂਸ ਯੂਕਰੇਨ ਜੰਗ, ਅਮਰੀਕਾ ਵਿੱਚ ਉਤਾਰ ਚੜਾਅ, ਤੁਰਕੀ ਵਿੱਚ ਭੂਚਾਲ ਤੇ ਚੀਨ ਦੀ ਨਾਕਾਮੀ ਜਿਹੇ ਮੁੱਦਿਆਂ ਨੂੰ ਵੀ ਛੋਇਆ। ਸੋਰੋਸ ਨੇ ਕਿਹਾ ਮੋਦੀ ਤੇ ਕਾਰੋਬਾਰੀ ਅਡਾਨੀ ਦੀ ਕਾਫੀ ਨੇੜਤਾ ਹੈ, ਉਹਨਾਂ ਦੀ ਕਿਸਮਤ ਇੱਕ ਦੂਜੇ ਨਾਲ ਜੁੜੀ ਹੋਈ ਹੈ। ਉਹਨਾਂ ਕਿਹਾ ਅਡਾਨੀ ਐਂਟਰਪ੍ਰਾਈਜ਼ਸ ਨੇ ਸ਼ੇਅਰ ਬਾਜ਼ਾਰ ਵਿੱਚੋਂ ਫੰਡ ਜੁਟਾਉਣ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹੀ। ਅਡਾਨੀ ਤੇ ਸ਼ੇਅਰ ਬਾਜ਼ਾਰ ਵਿੱਚ ਜੋੜ ਤੋੜ ਕਰਨ ਦਾ ਦੋਸ਼ ਹੈ ਤੇ ਉਸ ਸਮੂਹ ਦੇ ਸ਼ੇਅਰ ਤਾਸ਼ ਦੇ ਪੱਤਿਆਂ ਵਾਂਗ ਡਿੱਗ ਗਏ। ਮੋਦੀ ਇਸ ਵਿਸ਼ੇ ਤੇ ਖਾਮੋਸ਼ ਨੇ ਪਰ ਉਹਨਾਂ ਨੂੰ ਵਿਦੇਸ਼ੀ ਨਿਵੇਸ਼ਕਾਂ ਤੇ ਦੇਸ਼ ਦੀ ਸੰਸਦ ਵਿੱਚ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਸੋਰੋਸ ਨੇ ਆਪਣੇ ਇਸ ਦਾਅਵੇ ਬਾਰੇ ਕੋਈ ਸਬੂਤ ਪੇਸ਼ ਨਹੀਂ ਕੀਤੇ। ਸੋਰੋਸ ਨੇ ਕਿਹਾ ਇਸ ਨਾਲ ਭਾਰਤ ਦੀ ਸੰਘੀ ਸਰਕਾਰ ਤੇ ਮੋਦੀ ਦੀ ਪਕੜ ਕਮਜ਼ੋਰ ਹੋਵੇਗੀ ਤੇ ਸੰਸਥਾਗਤ ਸੁਧਾਰਾਂ ਲਈ ਦਰ ਖੁੱਲਣਗੇ ਜਿਸ ਦੀ ਵੱਡੀ ਲੋੜ ਹੈ। ਸਮਾਜ ਸੇਵੀ ਨੇ ਕਿਹਾ ਮੈਨੂੰ ਭਾਵੇਂ ਬਹੁਤਾ ਤਜਰਬਾ ਨਹੀਂ ਪਰ ਮੈਂ ਭਾਰਤ ਵਿੱਚ ਜਮਹੂਰੀਅਤ ਦੀ ਪੁਨਰ ਸੁਰਜੀਤੀ ਦੀ ਆਸ ਕਰਦਾ। ਸੋਰੇਸ ਨੇ ਕਿਹਾ ਭਾਰਤ ਬਹੁਤ ਦਿਲਚਸਪ ਕੇਸ ਹੈ। ਇਹ ਜਮਹੂਰੀ ਮੁਲਕ ਹੈ ਪਰ ਇਸ ਦਾ ਆਗੂ ਨਰਿੰਦਰ ਮੋਦੀ ਜਮਹੂਰੀ ਨਹੀਂ ਹੈ। ਉਹਨਾਂ ਕਿਹਾ ਭਾਰਤ ਕੁਆਡ ਦਾ ਮੈਂਬਰ ਹੈ ਜਿਸ ਵਿੱਚ ਆਸਟ੍ਰੇਲੀਆ, ਅਮਰੀਕਾ ਤੇ ਜਾਪਾਨ ਵੀ ਸ਼ਾਮਿਲ ਨੇ ਪਰ ਇਸ ਵਿੱਚ ਰੂਸ ਤੋਂ ਵੱਡੀ ਰਿਆਇਤ ਤੇ ਤੇਲ ਖਰੀਦਦਾ ਹੈ ਤੇ ਇਸ ਤੋਂ ਵੱਡਾ ਪੈਸਾ ਬਣਾਉਂਦਾ ਹੈ। ਸੋਰੋਸ ਨੇ ਆਪਣੀ ਤਕਰੀਰ ਵਿੱਚ ਤੁਰਕੀ ਦੇ ਰਾਸ਼ਟਰਪਤੀ ਰੇਸਿਪ ਤਾਇਪ ਅਰਦੋਗਾਂ ਨੂੰ ਵੀ ਨਿਸ਼ਾਨਾ ਬਣਾਇਆ। ਸਮਾਜ ਸੇਵੀ ਨੇ ਕਿਹਾ ਅਰਦੋਗਾਂ ਤੇ ਮੋਦੀ ਦੀਆਂ ਕਈ ਗੱਲਾਂ ਮਿਲਦੀਆਂ ਨੇ। ਮੋਦੀ ਹਾਲ ਹੀ ਵਿੱਚ ਜਿੱਥੇ ਮਜ਼ਬੂਤ ਹੋਏ ਨੇ ਉੱਥੇ ਅਰਦੋਗਾਂ ਨੇ ਤੁਰਕੀ ਦੇ ਅਰਥਚਾਰੇ ਨੂੰ ਵਿਗਾੜ ਛੱਡਿਆ ਤੇ ਉਸ ਨੂੰ ਮਈ ਵਿੱਚ ਚੋਣਾਂ ਦਾ ਸਾਹਮਣਾ ਕਰਨਾ ਪਵੇਗਾ। ਉਸ ਦੀਆਂ ਸਾਰੀਆਂ ਕੋਸ਼ਿਸ਼ਾਂ ਚੋਣਾਂ ਜਿੱਤਣ ਤੇ ਕੇਂਦਰਿਤ ਨੇ। ਸੋਰੋਸ ਨੇ ਅਰਦੋਗਾਂ ਨੂੰ ਖੁਦ ਮੁਖਤਿਆਰ ਤਾਨਾਸ਼ਾਹ ਦੱਸਿਆ। ਉਧਰ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀ ਸੀਨੀਅਰ ਸਲਾਹਕਾਰ ਕੰਚਨ ਗੁਪਤਾ ਨੇ ਕਿਹਾ ਕਿ ਭਾਰਤ ਦੇ ਕਈ ਦੁਸ਼ਮਣ ਨੇ। ਜਾਰਜ ਸੋਰੋਸ ਉਹਨਾਂ ਦੀ ਅਗਵਾਈ ਕਰ ਰਹੇ ਨੇ। ਭਾਰਤ ਵਿੱਚ ਜਮਹੂਰੀਅਤ ਬਹੁਤ ਮਜ਼ਬੂਤ ਤੇ ਲਚਕਦਾਰ ਹੈ। 2024 ਬਹੁਤ ਦੂਰ ਨਹੀਂ ਤੇ ਸੋਰੋਸ ਨੂੰ ਫਿਰ ਮੂੰਹ ਦੀ ਖਾਣੀ ਪਵੇਗੀ। ਗੁਪਤਾ ਨੇ ਕਿਹਾ ਕਿ MSS ਟਕਰਾਅ ਨਹੀਂ ਬਲਕਿ ਆਲਮੀ ਸੁਰੱਖਿਆ ਚੁਣੌਤੀਆਂ ਤੇ ਵਿਚਾਰ ਚਰਚਾ ਅਤੇ ਅਮਨ ਤੇ ਸਥਿਰਤਾ ਦਾ ਰਾਹ ਲੱਭਣ ਦਾ ਮੰਚ ਸੀ। ਭਾਰਤੀ ਰਿਜ਼ਰਵ ਬੈਂਕ ਦੇ ਫਰਵਰੀ ਬੁਲੇਟਿਨ ਵਿੱਚ ਦੇਸ਼ ਦੇ ਅਰਥਚਾਰੇ ਦੀ ਹਾਲਤ ਬਾਰੇ ਛਪੇ ਮਜ਼ਮੂਨ ਵਿੱਚ ਕਿਹਾ ਗਿਆ ਕਿ ਕੇਂਦਰੀ ਬਜਟ ਪੂੰਜੀਗਤ ਖਰਚਿਆਂ ਤੇ ਕੇਂਦਰਿਤ ਹੈ। ਮਜ਼ਮੂਨ ਮੁਤਾਬਿਕ ਬਜਟ ਵਿੱਚ ਕੀਤੀਆਂ ਵਿਵਸਥਾਵਾਂ ਨਾਲ ਨਿੱਜੀ ਨਿਵੇਸ਼ ਵਧਣ ਦੀ ਉਮੀਦ ਹੈ ਤੇ ਅਪ੍ਰੈਲ ਤੋਂ ਸ਼ੁਰੂ ਹੋ ਰਹੇ ਅਗਲੇ ਵਿੱਤੀ ਸਾਲ ਵਿੱਚ GDP ਆਧਾਰਿਤ ਵਿਕਾਸ ਦਰ ਦੇ 7% ਦੇ ਨੇੜੇ ਤੇੜੇ ਰਹਿਣ ਦਾ ਅਨੁਮਾਨ ਹੈ। ਇਹ ਮਜ਼ਮੂਨ RBI ਦੇ ਫਰਵਰੀ 2023 ਬੁਲੇਟਿਨ ਵਿੱਚ ਪ੍ਰਕਾਸ਼ਿਤ ਹੋਇਆ ਹੈ। ਮਜ਼ਮੂਨ ਮੁਤਾਬਿਕ ਆਗਾਮੀ ਵਿੱਤੀ ਸਾਲ 2023-24 ਵਿੱਚ ਪੂੰਜੀਗਤ ਖਰਚੇ ਲਈ ਬਜਟ ਵਿੱਚ 10 ਲੱਖ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ ਜੋ GDP ਦਾ 3.3% ਹੈ। ਮਜ਼ਮੂਨ ਵਿੱਚ ਅੱਗੇ ਕਿਹਾ ਗਿਆ ਕਿ ਜੇਕਰ ਕੇਂਦਰੀ ਬਜਟ ਵਿਚਲੀਆਂ ਟੈਕਸ, ਪੂੰਜੀਗਤ ਖਰਚੇ ਤੇ ਵਿੱਤ ਦੇ ਏਕੀਕਰਨ ਬਾਰੇ ਤਜਵੀਜ਼ਾਂ ਨੂੰ ਜੇਕਰ ਕਾਰਗਰ ਢੰਗ ਨਾਲ ਲਾਗੂ ਕੀਤਾ ਗਿਆ ਤਾਂ ਭਾਰਤ ਦੀ ਅਸਲ GDP ਵਿਕਾਸ ਦਰ 2023-24 ਵਿੱਚ 7% ਦੇ ਨੇੜੇ ਰਹਿ ਸਕਦੀ ਹੈ। ਕੇਂਦਰੀ ਬੈਂਕ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਮਜ਼ਮੂਨ ਵਿੱਚ ਪ੍ਰਗਟਾਏ ਵਿਚਾਰ ਲੇਖਕ ਦੇ ਨਿੱਜੀ ਨੇ ਜੋ RBI ਦੇ ਵਿਚਾਰਾਂ ਦੀ ਤਰਜਮਾਨੀ ਨਹੀਂ ਕਰਦਾ। ਆਮਦਨ ਕਰ ਵਿਭਾਗ ਵੱਲੋਂ BBC ਦੇ ਦਿੱਲੀ ਤੇ ਮੁੰਬਈ ਵਿਚਲੇ ਦਫ਼ਤਰਾਂ ਵਿੱਚ 3 ਦਿਨ ਤੱਕ ਕੀਤੇ ਟੈਕਸ ਸਰਵੇਖਣ ਮਗਰੋਂ ਵਿਭਾਗੀ ਅਥਾਰਟੀਜ਼ ਨੇ ਅੱਜ ਇੱਕ ਬਿਆਨ ਵਿੱਚ ਕਿਹਾ ਕਿ ਬ੍ਰਿਟਿਸ਼ ਬ੍ਰਾਡਕਾਸਟਰ ਗਰੁੱਪ ਦੀਆਂ ਵੱਖ-ਵੱਖ
ਐਂਟੀਟੀਜ਼ ਵੱਲੋਂ ਆਮਦਨ ਤੇ ਮੁਨਾਫੇ ਦੇ ਜਿਹੜੇ ਅੰਕੜੇ ਵਿਖਾਏ ਗਏ ਨੇ ਉਹ ਭਾਰਤ ਵਿੱਚ BBC ਦੇ ਆਪਰੇਸ਼ਨਾਂ ਦੇ ਪੱਧਰ ਨਾਲ ਮੇਲ ਨਹੀਂ ਖਾਂਦੇ। ਸਿੱਧੇ ਕਰ ਬਾਰੇ ਕੇਂਦਰੀ ਬੋਰਡ ਨੇ BBC ਦੇ ਅਸਿੱਧੇ ਹਵਾਲੇ ਨਾਲ ਜਾਰੀ ਬਿਆਨ ਵਿੱਚ ਕਿਹਾ ਕਿ ਆਮਦਨ ਕਰ ਟੀਮਾਂ ਨੇ ਮੁਲਾਜ਼ਮਾਂ ਦੇ ਬਿਆਨਾਂ, ਡਿਜੀਟਲ ਸਬੂਤ ਤੇ ਦਸਤਾਵੇਜ਼ਾਂ ਦੇ ਆਧਾਰ ਤੇ ਅਹਿਮ ਸਬੂਤ ਇਕੱਤਰ ਕੀਤੇ ਨੇ। ਬਿਆਨ ਮੁਤਾਬਿਕ ਸਰਵੇਖਣ ਦੌਰਾਨ ਜਿਹੜੇ ਤਬਾਦਲਾ ਕੀਮਤ ਦਸਤਾਵੇਜ਼ ਮਿਲੇ ਉਹਨਾਂ ਵਿੱਚ ਕਈ ਖਾਮੀਆਂ ਤੇ ਬੇਨਿਯਮੀਆਂ ਮਿਲੀਆਂ ਨੇ। ਆਮਦਨ ਕਰ ਟੀਮਾਂ ਵੱਲੋਂ 14 ਫਰਵਰੀ ਨੂੰ BBC ਦੇ ਦਿੱਲੀ ਤੇ ਮੁੰਬਈ ਦਫ਼ਤਰਾਂ ਵਿੱਚ ਸ਼ੁਰੂ ਕੀਤਾ ਟੈਕਸ ਸਰਵੇਖਣ ਵੀਰਵਾਰ ਰਾਤ ਨੂੰ ਲਗਭਗ 60 ਘੰਟਿਆਂ ਮਗਰੋਂ ਖਤਮ ਹੋਇਆ ਸੀ। ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉਹ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਦੇ ਪ੍ਰਬੰਧਾਂ ਨੂੰ ਰੱਦ ਕਰਨ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਨੂੰ ਜਲਦੀ ਸੂਚੀਬੱਧ ਕਰਨ ਬਾਰੇ ਫੈਸਲਾ ਲਵੇਗੀ। ਚੀਫ ਜਸਟਿਸ DY ਚੰਦਰਚੂੜ, ਜਸਟਿਸ PS ਨਰਸਿਮਾ ਤੇ ਜਸਟਿਸ JB ਪਾਰਦੀਵਾਲਾ ਦੇ ਬੈਂਚ ਨੇ ਇੱਕ ਧਿਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਰਾਜੂ ਰਾਮਚੰਦਰਨ ਦੀਆਂ ਦਲੀਲਾਂ ਤੇ ਗੌਰ ਕੀਤਾ ਕਿ ਇਨ੍ਹਾਂ ਪਟੀਸ਼ਨਾਂ ਤੇ ਤੁਰੰਤ ਸੁਣਵਾਈ ਜ਼ਰੂਰੀ ਹੈ। ਇਸ ਤੇ ਚੀਫ ਜਸਟਿਸ ਨੇ ਕਿਹਾ, ਠੀਕ ਹੈ, ਮੈਂ ਇਸ ਤੇ ਫੈਸਲਾ ਲਵਾਂਗਾ। ਪਿਛਲੇ ਸਾਲ 14 ਦਸੰਬਰ ਨੂੰ ਪੈਂਡਿੰਗ ਮਾਮਲਿਆਂ ਵਿੱਚ ਦਖਲ ਦੇ ਰਹੇ ਬੈਂਚ ਮੂਹਰੇ ਲੇਖਕ ਰਾਧਾ ਕੁਮਾਰ ਨੇ ਪਟੀਸ਼ਨਾਂ ਨੂੰ ਜਲਦੀ ਸੂਚੀਬੱਧ ਕਰਨ ਦੀ ਅਪੀਲ ਕੀਤੀ ਸੀ। ਇਸ ਤੋਂ ਪਹਿਲਾਂ ਪਿਛਲੇ ਸਾਲ 25 ਅਪ੍ਰੈਲ ਅਤੇ 23 ਸਤੰਬਰ ਨੂੰ ਤਤਕਾਲੀ ਚੀਫ ਜਸਟਿਸ NV ਰਮੰਨਾ ਹੁਣ ਸੇਵਾ ਮੁਕਤ ਦੀ ਅਗਵਾਈ ਵਾਲਾ ਬੈਂਚ ਧਾਰਾ 370 ਦੇ ਪ੍ਰਬੰਧਾਂ ਨੂੰ ਹਟਾਉਣ ਦੇ ਕੇਂਦਰ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਨੂੰ ਸੁਣਵਾਈ ਲਈ ਸੂਚੀਬੱਧ ਕਰਨ ਲਈ ਸਹਿਮਤ ਹੋਇਆ ਸੀ। ਸਿਖਰਲੀ ਅਦਾਲਤ ਨੂੰ ਇਨ੍ਹਾਂ ਪਟੀਸ਼ਨਾਂ ਦੇ ਸੁਣਵਾਈ ਲਈ 5 ਜੱਜਾਂ ਦੇ ਬੈਂਚ ਦਾ ਮੁੜ ਤੋਂ ਗਠਨ ਕਰਨਾ ਹੋਵੇਗਾ, ਕਿਉਂਕਿ ਇਨ੍ਹਾਂ ਪਟੀਸ਼ਨਾਂ ਤੇ ਸੁਣਵਾਈ ਕਰ ਰਹੇ 5 ਜੱਜਾਂ ਦੇ ਬੈਂਚ ਦਾ ਹਿੱਸਾ ਰਹੇ ਸਾਬਕਾ ਚੀਫ ਜਸਟਿਸ ਰਮੰਨਾ ਤੇ ਜਸਟਿਸ R ਸੁਭਾਸ਼ ਰੈਡੀ ਸੇਵਾ ਮੁਕਤ ਹੋ ਚੁੱਕੇ ਨੇ। ਖਾਲਸਾ ਪੰਥ ਦੇ ਜਾਹੋ ਜਲਾਲ ਦਾ ਪ੍ਰਤੀਕ ਕੌਮੀ ਜੋੜ ਮੇਲਾ ਹੋਲਾ ਮਹੱਲਾ ਇਸ ਵਾਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੁਹਿੰਮ ਦੇ ਰੰਗ ਵਿੱਚ ਰੰਗਿਆ ਨਜ਼ਰ ਆਵੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਲਾ ਮਹੱਲਾ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਦਸਤਖਤੀ ਮੁਹਿੰਮ ਨੂੰ ਹੋਰ ਪ੍ਰਚੰਡ ਕਰਦਿਆਂ 9 ਬੰਦੀ ਸਿੰਘਾਂ ਦੇ ਨਾਵਾਂ ਵਾਲੇ 9 ਵੱਖ-ਵੱਖ ਦਸਤਖਤੀ ਸਟਾਲ ਲਾਏ ਜਾਣਗੇ। ਇਹ ਪ੍ਰਗਟਾਵਾ ਅੱਜ ਇੱਥੇ ਜਥੇਦਾਰ ਬਲਦੇਵ ਸਿੰਘ ਮਾਹਿਲਪੁਰੀ ਯਾਦਗਾਰੀ ਹਾਲ ਵਿਖੇ ਹੋਲਾ ਮਹੱਲਾ ਦੇ ਪ੍ਰਬੰਧਾਂ ਦੀਆਂ ਤਿਆਰੀਆਂ ਸੰਬੰਧੀ ਕੀਤੀ ਬੈਠਕ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਦੱਸਿਆ ਕਿ ਸਰਕਾਰੀ ਜ਼ਬਰ ਕਾਰਨ ਹਥਿਆਰਬੰਦ ਸੰਘਰਸ਼ ਦੇ ਰਾਹ ਪੈਣ ਲਈ ਮਜਬੂਰ ਹੋਏ ਬਹੁਤ ਸਾਰੇ ਬੰਦੀ ਸਿੰਘ 3-3 ਦਹਾਕਿਆਂ ਤੋਂ ਜੇਲ੍ਹਾਂ ਵਿੱਚ ਨਜ਼ਰਬੰਦ ਨੇ, ਜਦੋਂ ਕਿ ਕਾਨੂੰਨੀ ਅਨੁਸਾਰ ਉਮਰ ਕੈਦ ਨੂੰ 10-15 ਸਾਲ ਦੀ ਕੈਦ ਤੋਂ ਬਾਅਦ ਰਿਹਾ ਕਰ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ 9 ਬੰਦੀ ਸਿੰਘਾਂ ਦੇ ਸਿੱਖ ਸੰਘਰਸ਼ ਵਿੱਚ ਯੋਗਦਾਨ, ਸੰਘਰਸ਼ਮਈ ਜੀਵਨ, ਕੁਰਬਾਨੀ ਅਤੇ ਉਹਨਾਂ ਦੀ ਜੇਲ੍ਹ ਯਾਤਰਾ ਬਾਰੇ ਜਾਣਕਾਰੀ ਸੰਬੰਧੀ ਕਿਤਾਬਚੇ ਛਪਵਾ ਕੇ ਵੰਡੇ ਜਾਣਗੇ। ਉਹਨਾਂ ਦੱਸਿਆ ਕਿ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਨੇੜੇ ਇੱਕ ਵੱਡ ਆਕਾਰੀ LCD ਸਕਰੀਨ ਲਗਾ ਕੇ ਬੰਦੀ ਸਿੰਘਾਂ ਦੇ ਜੀਵਨ ਤੇ ਸੰਘਰਸ਼ ਸੰਬੰਧੀ ਜਾਣਕਾਰੀ ਦਿੱਤੀ ਜਾਵੇਗੀ। ਭਾਈ ਗਰੇਵਾਲ ਨੇ ਕਿਹਾ ਕਿ ਇਨ੍ਹਾਂ ਸਿੰਘਾਂ ਦੀ ਰਿਹਾਈ ਲਈ ਕਮੇਟੀ ਵੱਲੋਂ ਸ਼ੁਰੂ ਕੀਤੀ ਦਸਤਖਤੀ ਮੁਹਿੰਮ ਦਾ ਦੂਜਾ ਪੜਾਅ ਵੀ ਇੱਥੇ ਹੀ ਸ਼ੁਰੂ ਕੀਤਾ ਜਾਵੇਗਾ। ਇਸ ਦੌਰਾਨ ਪਿੰਡ-ਪਿੰਡ ਤੇ ਪਹੁੰਚ ਕੀਤੀ ਜਾਵੇਗੀ ਜੋ ਵਿਸਾਖੀ ਤੱਕ ਚੱਲੇਗਾ। ਉਹਨਾਂ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਗੁਰਬਾਣੀ ਪ੍ਰਸਾਰਣ TV ਚੈਨਲ ਸ਼ੁਰੂ ਕਰਨ ਦੀ ਕਾਰਵਾਈ ਚੱਲ ਰਹੀ ਹੈ ਅਤੇ ਬਹੁਤ ਜਲਦ YouTube ਚੈਨਲ ਸ਼ੁਰੂ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਸਾਲਾਨਾ ਬਜਟ ਸੰਬੰਧੀ ਸਵਾਲਾਂ ਦੇ ਜਵਾਬ ਦਿੰਦਿਆਂ ਸ਼੍ਰੀ ਗਰੇਵਾਲ ਨੇ ਕਿਹਾ ਕਿ ਇਸ ਵਾਰ ਦਾ ਬਜਟ ਸੰਗਤਾਂ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ। ਉਹਨਾਂ ਸਪਸ਼ਟ ਕੀਤਾ ਕਿ ਇਨ੍ਹਾਂ ਕੀਮਤੀ ਸੁਝਾਵਾਂ ਤੇ ਪੂਰਾ ਅਮਲ ਵੀ ਕੀਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਵੱਲੋਂ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਦਿਖਾਈ ਬਹਾਦਰੀ ਨੌਜਵਾਨਾਂ ਨੂੰ ਦੇਸ਼ ਸੇਵਾ ਲਈ ਆਪਾ ਵਾਰਨ ਵਾਸਤੇ ਪ੍ਰੇਰਦੀ ਰਹੇਗੀ। ਮੁੱਖ ਮੰਤਰੀ ਬਲਾਚੌਰ ਸਬ ਡਿਵੀਜ਼ਨ ਦੇ ਪਿੰਡ ਚਾਂਦਪੁਰ ਰੁੜਕੀ ਵਿੱਚ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੇ ਬੁੱਤ ਤੋਂ ਪਰਦਾ ਹਟਾਉਣ ਮੌਕੇ ਸੰਬੋਧਨ ਕਰ ਰਹੇ ਸਨ। ਇਸ ਮੌਕੇ ਮੁੱਖ ਮੰਤਰੀ ਨੇ ਬ੍ਰਿਗੇਡੀਅਰ ਚਾਂਦਪੁਰੀ ਦੇ ਨਾਂ ਤੇ ਬਣੇ ਪਾਰਕ ਅਤੇ ਮਿਊਜ਼ੀਅਮ ਦਾ ਵੀ ਉਦਘਾਟਨ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ 1971 ਦੀ ਭਾਰਤ-ਪਾਕ ਜੰਗ ਦੇ ਨਾਇਕ ਨੇ ਦੇਸ਼ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਸ਼੍ਰੀ ਮਾਨ ਨੇ ਕਿਹਾ ਕਿ ਪੰਜਾਬੀਆਂ ਨੇ ਆਪਣੇ ਬਲੀਦਾਨ ਨਾਲ ਕੌਮੀ ਸੁਤੰਤਰਤਾ ਅੰਦੋਲਨ ਵਿੱਚ ਵੱਡਾ ਯੋਗਦਾਨ ਪਾਇਆ। ਪੰਜਾਬੀ ਦੇਸ਼ ਦੀ ਆਜ਼ਾਦੀ ਬਰਕਰਾਰ ਰੱਖਣ ਲਈ ਕੁਰਬਾਨੀਆਂ ਦੇਣ ਵਿੱਚ ਮੋਹਰੀ ਰਹੇ ਨੇ। ਮੁੱਖ ਮੰਤਰੀ ਨੇ ਕਿਹਾ ਕਿ 1971 ਵਿੱਚ ਪਾਕਿਸਤਾਨ ਨੇ ਭਾਰਤ ਵਿੱਚ ਦਾਖਲ ਹੋਣ ਲਈ ਲੌਂਗੋਵਾਲਾ ਨੂੰ ਚੁਣਿਆ ਸੀ ਕਿਉਂਕਿ ਉੱਥੇ ਤਾਇਨਾਤ ਬ੍ਰਿਗੇਡੀਅਰ ਚਾਂਦਪੁਰੀ ਕੋਲ ਸਿਰਫ 120 ਫੌਜੀ ਸਨ। ਹਾਲਾਤ ਭਾਰਤ ਦੇ ਪੱਖ ਵਿੱਚ ਨਾ ਹੋਣ ਦੇ ਬਾਵਜੂਦ ਬ੍ਰਿਗੇਡੀਅਰ ਚਾਂਦਪੁਰੀ ਵੱਲੋਂ ਦਿਖਾਈ ਬਹਾਦਰੀ ਨਾਲ ਦੇਸ਼ ਜਿੱਤ ਦੇ ਰਾਹ ਉੱਤੇ ਪੈ ਸਕਿਆ। ਮੁੱਖ ਮੰਤਰੀ ਨੇ ਕਿਹਾ ਕਿ ਮਹਾਨ ਸ਼ਹੀਦਾਂ ਵੱਲੋਂ ਦੇਖੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਸੂਬਾ ਸਰਕਾਰ ਵਚਨਬੱਧ ਹੈ।
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਇਲਾਕੇ ਦੇ ਕਿਸਾਨਾਂ ਦੀ ਸਹੂਲਤ ਲਈ ਕੰਢੀ ਨਹਿਰ ਨੂੰ ਛੇਤੀ ਹੀ ਚਾਲੂ ਕੀਤਾ ਜਾਵੇਗਾ। ਪਿੰਡ ਵਾਸੀਆਂ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਮੁੱਖ ਮੰਤਰੀ ਨੇ ਡੱਲੇਵਾਲ ਤੋਂ ਚਾਂਦਪੁਰ ਰੁੜਕੀ ਸੜਕ ਨੂੰ 18 ਫੁੱਟ ਚੌੜੀ ਕਰਨ ਦਾ ਐਲਾਨ ਵੀ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਸੂਬੇ ਦੀ ਸ਼ਾਨ ਬਹਾਲ ਕਰਨੀ ਯਕੀਨੀ ਬਣਾਵੇਗੀ। ਉਹਨਾਂ ਕਿਹਾ ਕਿ ਭਾਵੇਂ ਕੋਈ ਵੀ ਹੋਵੇ, ਜਨਤਕ ਫੰਡ ਖੁਰਦ-ਬੁਰਦ ਕਰਨ ਵਾਲਿਆਂ ਨੂੰ ਗੁਨਾਹਾਂ ਦੀ ਸਜ਼ਾ ਭੁਗਤਣੀ ਹੋਵੇਗੀ। ਇਸ ਦੌਰਾਨ ਮੁੱਖ ਮੰਤਰੀ ਨੇ ਵੱਖ-ਵੱਖ ਸ਼ਖਸੀਅਤਾਂ ਦਾ ਸਨਮਾਨ ਕੀਤਾ। ਮੁੱਖ ਮੰਤਰੀ ਇਤਿਹਾਸਿਕ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਵੀ ਨਤਮਸਤਕ ਹੋਏ। ਭਾਰਤ ਪਾਕ ਸਰਹੱਦ ਤੇ ਤਾਇਨਾਤ ਬਾਰਡਰ ਸਿਕਿਉਰਿਟੀ ਫੋਰਸ ਦੇ ਜਵਾਨਾਂ ਨੇ ਸਵੇਰੇ ਹੀ ਪਾਕਿਸਤਾਨੀ ਤਸਕਰਾਂ ਦੀ ਹੈਰੋਇਨ ਤੇ ਹਥਿਆਰ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮਯਾਬ ਕਰ ਦਿੱਤਾ। ਗੁਰਦਾਸਪੁਰ ਵਿੱਚ ਪਾਕ ਤਸਕਰਾਂ ਨੇ ਪਾਈਪ ਜ਼ਰੀਏ ਫੇਸਿੰਗ ਪਾਰ ਕਰਵਾਉਂਦੇ ਹੋਏ ਖੇਪ ਨੂੰ ਭਾਰਤੀ ਸਰਹੱਦ ਵਿੱਚ ਭੇਜਣ ਦੀ ਕੋਸ਼ਿਸ਼ ਕੀਤੀ, ਪਰ ਜਵਾਨਾਂ ਨੇ ਇਸ ਨੂੰ ਅਸਫਲ ਕਰ ਦਿੱਤਾ। ਘਟਨਾ ਗੁਰਦਾਸਪੁਰ ਸੈਕਟਰ ਅਧੀਨ ਆਉਂਦੇ BOP DBN ਸ਼ਿਕਾਰ ਦੀ ਹੈ। ਸਵੇਰੇ BSF ਜਵਾਨ ਗਸ਼ਤ ਕਰ ਰਹੇ ਸਨ। ਇਸ ਦੌਰਾਨ ਹਲਕੀ ਧੁੰਦ ਵਿੱਚ 5:30 ਵਜੇ ਜਵਾਨਾਂ ਨੂੰ ਸਰਹੱਦ ਤੇ ਹਲਚਲ ਦੇਖਣ ਨੂੰ ਮਿਲੀ। ਜਵਾਨ ਉਸ ਸਮੇਂ ਅਲਰਟ ਹੋ ਗਏ, ਜਿਸ ਦੇ ਬਾਅਦ ਪਾਕ ਤਸਕਰ ਆਪਣੀ ਸਰਹੱਦ ਵੱਲ ਭੱਜ ਗਏ, ਪਰ ਆਪਣੇ ਨਾਲ ਲਿਆਂਦੀ ਖੇਪ ਉੱਥੇ ਹੀ ਛੱਡ ਗਏ। ਜਵਾਨਾਂ ਨੇ ਜਦੋਂ ਸਰਚ ਮੁਹਿੰਮ ਚਲਾਈ ਤਾਂ ਉੱਥੋਂ 12 ਫੁੱਟ ਲੰਬੀ ਪਾਈਪ ਸੀ, ਜਿਸ ਜ਼ਰੀਏ ਹੈਰੋਇਨ ਦੀ ਖੇਪ ਨੂੰ ਪਾਰ ਕਰਵਾਇਆ ਜਾ ਰਿਹਾ ਸੀ। ਲੰਮੇ ਕੱਪੜੇ ਵਿੱਚ ਖੇਪ ਨੂੰ ਲਪੇਟਿਆ ਗਿਆ। ਜਦੋਂ ਉਸ ਨੂੰ ਖੋਲ੍ਹਿਆ ਗਿਆ ਤਾਂ ਉਸ ਵਿੱਚੋਂ 20 ਪੈਕੇਟ ਹੈਰੋਇਨ, 2 ਪਿਸਤੌਲਾਂ, ਇੱਕ ਮੇਡ ਇਨ ਟਰਕੀ ਤੇ ਦੂਜੀ ਮੇਡ ਇਨ ਚਾਈਨਾ, 6 ਮੈਗਜ਼ੀਨ ਤੇ 242 ਰਾਉਂਡ ਗੋਲੀਆਂ ਵੀ ਬਰਾਮਦ ਕਰ ਲਈਆਂ ਗਈਆਂ। ਚੰਡੀਗੜ੍ਹ ਵਿੱਚ SC ਭਾਈਚਾਰੇ ਦੀ ਇੱਕ ਮਹਿਲਾ ਅਧਿਆਪਕਾ ਨੂੰ ਸਕੂਲ ਦੇ ਪ੍ਰਿੰਸੀਪਲ ਵੱਲੋਂ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕਰਕੇ ਜ਼ਲੀਲ ਕਰਨ ਦੇ ਮਾਮਲੇ ਵਿੱਚ ਰਾਸ਼ਟਰੀ ਕਮਿਸ਼ਨ NCSC ਸਖਤ ਹੋ ਗਿਆ। ਕਮਿਸ਼ਨ ਨੇ ਮਾਮਲੇ ਦੀ ਜਾਂਚ ਕਰਨ ਦਾ ਫੈਸਲਾ ਕੀਤਾ। ਕਮਿਸ਼ਨ ਨੇ ਇਸ ਮਾਮਲੇ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਦੇ ਡਾਇਰੈਕਟਰ ਸਕੂਲ ਸਿੱਖਿਆ ਨੂੰ ਨੋਟਿਸ ਜਾਰੀ ਕੀਤਾ ਹੈ। ਕਿਹਾ ਜਾਂਦਾ ਹੈ ਕਿ ਮਾਮਲਾ ਜਾਤੀ ਦੇ ਆਧਾਰ ਤੇ ਵਿਤਕਰੇ ਅਤੇ ਸ਼ੋਸ਼ਣ ਦਾ ਹੈ। ਡਾਇਰੈਕਟਰ ਸਕੂਲ ਸਿੱਖਿਆ ਨੇ ਜਾਰੀ ਹੁਕਮਾਂ ਵਿੱਚ ਕਿਹਾ ਕਿ ਇਹਨਾਂ ਦੋਸ਼ਾਂ ਦੀ ਜਾਂਚ ਦੌਰਾਨ ਸਾਹਮਣੇ ਆਏ ਤੱਥ ਅਤੇ ਜਾਣਕਾਰੀ ਇਸ ਨੋਟਿਸ ਦੀ ਪ੍ਰਾਪਤੀ ਦੇ 10 ਦਿਨਾਂ ਦੇ ਅੰਦਰ ਪੇਸ਼ ਕੀਤੀ ਜਾਵੇ। ਇਸ ਦੇ ਨਾਲ ਹੀ ਕਮਿਸ਼ਨ ਕੋਲ ਸਪਸ਼ਟ ਕੀਤਾ ਗਿਆ ਕਿ ਜੇਕਰ ਨਿਰਧਾਰਿਤ ਸਮੇਂ ਅੰਦਰ ਇਸ ਮਾਮਲੇ ਵਿੱਚ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਤਾਂ ਕਮਿਸ਼ਨ ਆਪਣੇ ਸਿਵਲ ਕੋਰਟ ਅਧੀਨ ਅਧਿਕਾਰਾਂ ਦੀ ਵਰਤੋਂ ਕਰ ਸਕਦਾ ਹੈ। ਅਜਿਹੀ ਸਥਿਤੀ ਵਿੱਚ ਡਾਇਰੈਕਟਰ ਸਕੂਲ ਸਿੱਖਿਆ ਨੂੰ ਨਿੱਜੀ ਤੌਰ ਤੇ ਹਾਜ਼ਰ ਹੋਣ ਜਾਂ ਆਪਣੀ ਤਰਫੋਂ ਕਿਸੇ ਪ੍ਰਤੀਨਿਧੀ ਨੂੰ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਜਾ ਸਕਦੇ ਨੇ। NCSC ਨੂੰ 30 ਜਨਵਰੀ ਨੂੰ 32 ਸਾਲਾ ਮਹਿਲਾ ਅਧਿਆਪਕਾ ਦੀ ਸ਼ਿਕਾਇਤ ਮਿਲੀ ਸੀ। ਚੰਡੀਗੜ੍ਹ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। DSP ਪਲਕ ਗੋਇਲ ਨੇ ਸ਼ਿਕਾਇਤਕਰਤਾ ਅਧਿਆਪਕ ਦੇ ਬਿਆਨ ਲਏ ਨੇ। ਇਸ ਦੇ ਨਾਲ ਹੀ ਉਸ ਤੋਂ ਕਈ ਸਵਾਲ ਜਵਾਬ ਵੀ ਕੀਤੇ ਗਏ। ਇਸ ਦੇ ਨਾਲ ਹੀ ਮਾਮਲੇ ਵਿੱਚ ਸਕੂਲ ਸਟਾਫ ਦੇ ਬਿਆਨ ਵੀ ਲਏ ਗਏ। ਜਾਂਚ ਦੌਰਾਨ ਜੇਕਰ ਪਹਿਲੀ ਨਜ਼ਰੇ ਦੋਸ਼ ਸਾਬਿਤ ਹੁੰਦੇ ਨੇ ਤਾਂ FIR ਦਰਜ ਕੀਤੀ ਜਾਵੇਗੀ। ਇਸ ਮਾਮਲੇ ਵਿੱਚ ਵਿਭਾਗ ਨੇ ਜਾਂਚ ਲਈ 4 ਮੈਂਬਰੀ ਕਮੇਟੀ ਵੀ ਬਣਾਈ ਸੀ। ਹਾਲਾਂਕਿ ਉਸ ਦੀ ਰਿਪੋਰਟ ਅਜੇ ਸਾਹਮਣੇ ਨਹੀਂ ਆਈ। SC ਭਾਈਚਾਰੇ ਦੀਆਂ ਯੂਨੀਅਨਾਂ ਨੇ ਵੀ FIR ਦਰਜ ਕਰਨ ਦੀ ਮੰਗ ਨੂੰ ਲੈ ਕੇ ਸਿੱਖਿਆ ਵਿਭਾਗ ਦੀ ਇਮਾਰਤ ਦੇ ਬਾਹਰ ਪ੍ਰਦਰਸ਼ਨ ਕੀਤਾ। ਉਹਨਾਂ ਦੇ ਰੋਹ ਨੂੰ ਦੇਖਦਿਆਂ DSC HS ਬਰਾੜ ਨੇ ਅਧਿਕਾਰੀਆਂ ਨੂੰ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਹੈ। ਪੇਂਡੂ ਵਿਕਾਸ ਦੇ ਪੰਚਾਇਤ ਮੰਤਰੀ ਨੇ ਰਣਜੀਤ ਐਵਨਿਊ ਸਥਿਤ ਖੇਤੀਬਾੜੀ ਆਫਿਸ ਦੇ BDPO ਵੇਰਕਾ BDPO ਚੋਗਾਵਾਂ ਵਿੱਚ ਛਾਪਾ ਮਾਰਿਆ ਤੇ ਡਿਊਟੀ ਤੇ ਗੈਰ ਹਾਜ਼ਰ ਮੁਲਾਜ਼ਮਾਂ ਦੀ ਕਲਾਸ ਲਗਾਈ। ਉਹਨਾਂ ਕਿਹਾ ਕਿ ਸੁਧਰ ਜਾਓ, ਨਹੀਂ ਤਾਂ ਅਗਲੀ ਵਾਰ ਡਿਊਟੀ ਵਿੱਚ ਗੈਰ ਹਾਜ਼ਰ ਹੋਏ ਤਾਂ ਸਸਪੈਂਡ ਕਰ ਦਿੱਤੇ ਜਾਓਗੇ। ਉਹਨਾਂ ਕਿਹਾ ਕਿ ਮੁਲਾਜ਼ਮ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਆਪਣੀ ਡਿਊਟੀ ਤੇ ਹਾਜ਼ਰ ਰਹਿਣ। ਉਹਨਾਂ ਕਿਹਾ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਕਿਹਾ ਕਿ ਲੋਕ ਦੂਰ ਤੋਂ ਆਪਣਾ ਕੰਮ ਕਰਵਾਉਣ ਲਈ ਸਰਕਾਰੀ ਦਫ਼ਤਰਾਂ ਵਿੱਚ ਪਹੁੰਚਦੇ ਨੇ ਤੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਨਾ ਹੋਣ ਤੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਦਾ ਅਸਰ ਸਰਕਾਰ ਦੇ ਅਕਸ ਤੇ ਵੀ ਪੈਂਦਾ ਹੈ। ਉਹਨਾਂ ਕਿਹਾ ਕਿ ਸਾਡੀ ਸਰਕਾਰ ਲੋਕਾਂ ਨੂੰ ਪਾਰਦਰਸ਼ੀ ਤੇ ਭ੍ਰਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ ਤੇ ਸਾਡੀ ਸਰਕਾਰ ਭ੍ਰਸ਼ਟਾਚਾਰ ਤੇ ਜ਼ੀਰੋ ਟੋਲਰੈਂਸ ਦੀ ਨੀਤੀ ਤਹਿਤ ਕੰਮ ਕਰ ਰਹੀ ਹੈ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ।